So now coming to the topic of data structure. The very first data structure that we are going to cover is array. So data structure ਜਿਹੜੇ ਦੋ ਤਰ੍ਹਾਂ ਨਾਲ ਉਹਨਾਂ ਨੂੰ classify ਕਰ ਸਕਦੇ ਹਾਂ ਆਪਾਂ. We have two kind of classification. One is linear, another one is non-linear. This classification is based upon the memory location that will be used by that particular data structure. So memory, when I am talking about memory, basically I am talking about RAM. So this is my RAM, and RAM is basically a linear. RAM is a linear structure. ठीक, linear structure का मतलब की है RAM की चीज है now. RAM is basically a set of cell. These are small cells that are available in your computer system and that are capable of storing the information. And RAM consists of word. Word means there are 8 word, maybe 8-bit or 16-bit or 32-bit, depending upon the different computer architecture. Different architecture can represent a word in using different bits. So if it is of 8-bit, that means every location of a RAM consists of 8 bits. 8 bits means 8 flip-flop. Flip-flop ਕਦੇ ਨਾਮ ਸੁਣਿਆ ਹੈ? ਫਲਿਪ ਫਲॉप ਇੱਕ ਇਲੈਕਟ੍ਰੋਨਿਕ ਸਰਕਟ ਹੁੰਦਾ ਹੈ ਜਿਹਦੇ ਵਿੱਚ ਆਪਾਂ ਚਾਰਜ ਨੂੰ ਸਟੋਰ ਕਰਦੇ ਹਾਂ. ਇਟ ਕੈਨ ਸਟੋਰ ਦਾ ਚਾਰਜ. जो चार्ज स्टोर होया हुआ है तो आप कहने 1 है, जो चार्ज स्टोर नहीं होया हुआ है तो आप कहने 0 है. दैट इज बेसिकली बाइनरी वैल्यूज. ठीक है. सो हर लोकेशन ਦੇ ਵਿੱਚ ਆਪਣੇ ਕੋਲ 8 ਫਲਿਪ ਫਲॉप ਲੱਗੇ ਹੋਣਗੇ, ਜਾਂ ਜੇ 16 ਬਿਟ ਦਾ ਤਾਂ 16 ਫਲਿਪ ਫਲॉप ਲੱਗੇ ਹੋਣਗੇ, ਜੇ 32 ਬਿਟ ਦਾ ਤਾਂ 32 ਫਲਿਪ ਫਲॉप ਲੱਗੇ ਹੋਣਗੇ. ਔਰ ਹਰ ਲੋਕੇਸ਼ਨ ਦਾ ਇੱਕ ਐਡਰੈਸ ਹੁੰਦਾ ਹੈ. ਠੀਕ ਹੈ. ਐਡਰੈਸ ਸਟਾਰਟ ਹੁੰਦਾ ਤੁਹਾਡਾ 0 1 2 ਐਂਡ ਚੱਲਦੇ ਚੱਲਦੇ ਇਹ ਤੁਹਾਡਾ ਜਿੰਨੀ ਤੁਹਾਡੀ ਮੈਕਸਿਮਮ ਰੈਮ ਇੰਸਟਾਲਡ ਹੈ, ਕਿਸੇ ਦੀ 2 GB ਹੈ, ਕਿਸੇ ਦੀ 4 GB ਹੈ, ਕਿਸੇ ਦੀ 10 GB ਹੈ, ਕਿਸੇ ਦੀ 18 GB ਹੈ, ਅਕੋਰਡਿੰਗਲੀ ਤੁਹਾਡੇ ਮੈਕਸਿਮਮ ਐਡਰੈਸ ਜਿਹੜੇ ਉਹ ਚੇਂਜ ਹੁੰਦੇ ਰਹਿੰਦੇ ਆ. ਠੀਕ. ਸੋ ਜਿਹੜੀ ਤੁਹਾਡੀ ਰੈਮ ਹੈ, ਰੈਮ ਦੇ ਵਿੱਚ ਕੁਝ ਹਿੱਸਾ ਜਿਹੜਾ ਹੁੰਦਾ ਹੈ ਉਹ ਰਿਜ਼ਰਵ ਹੁੰਦਾ ਹੈ ਆਪਰੇਟਿੰਗ ਸਿਸਟਮ ਵਾਸਤੇ. ਕਾਹਦੇ ਵਾਸਤੇ? ਆਪਰੇਟਿੰਗ ਸਿਸਟਮ. ਜਦੋਂ ਤੁਸੀਂ ਵਿੰਡੋਜ਼ ਇੰਸਟਾਲ ਕੀਤੀ ਤਾਂ ਵਿੰਡੋ ਨੂੰ ਜਦੋਂ ਤੁਸੀਂ ਚਲਾਉਂਦੇ ਹੋ ਤਾਂ ਕੁਝ ਮੈਮਰੀ ਏਰੀਆ ਉਹਦੇ ਵਿੱਚ ਵਿੰਡੋ ਦੀਆਂ ਇੰਸਟਰਕਸ਼ਨ ਲੋਡ ਹੋ ਜਾਂਦੀਆਂ ਨੇ, ਜਿਹਦੇ ਨਾਲ ਤੁਹਾਡਾ ਆਪਰੇਟਿੰਗ ਸਿਸਟਮ ਐਗਜ਼ੀਕਿਊਟ ਹੁੰਦਾ ਆ. ਠੀਕ ਹੈ. ਕੁਝ ਇੰਸਟਰਕਸ਼ਨ, ਕੁਝ ਏਰੀਆ ਜਿਹੜਾ ਹੁੰਦਾ ਹੈ that is reserved for application program. ਤੁਸੀਂ MS Word ਭਰੀ ਹੋਈ ਹੈ, ਤੁਸੀਂ PowerPoint ਭਰੀ ਹੋਈ ਹੈ, ਤੁਸੀਂ music player ਭਰਿਆ ਹੋਇਆ ਹੈ. So there are number of application program that are executing on your system and there is some memory area that is reserved for those application program. And there is some memory area that is free for the user. ਜਿਹੜੇ ਕਿ ਤੁਹਾਡੇ ਆਪਣੇ ਪ੍ਰੋਗਰਾਮ, ਤੁਸੀਂ C ਦਾ ਪ੍ਰੋਗਰਾਮ ਬਣਾਇਆ, ਜਾਵਾ ਦਾ ਪ੍ਰੋਗਰਾਮ ਬਣਾਇਆ, ਉਹਨੂੰ ਐਗਜ਼ੀਕਿਊਟ ਕਰਨਾ ਆ ਤਾਂ ਉਹਨੂੰ ਵੀ ਮੈਮਰੀ ਚਾਹੀਦੀ ਹੈ. ਤਾਂ ਉਹ ਮੈਮਰੀ ਦੇ ਵਿੱਚ ਇਸੇ ਕਿਸੇ ਖਾਸ ਜਗ੍ਹਾ ਦੇ ਉੱਤੇ ਲੋਡ ਹੋਏਗਾ. ਉਹ ਜਗ੍ਹਾ ਰਿਜ਼ਰਵ ਹੁੰਦੀ ਹੈ. ਠੀਕ ਹੈ. ਤੁਸੀਂ ਸਿਰਫ ਉੱਥੇ ਹੀ ਆਪਣੇ ਪ੍ਰੋਗਰਾਮ ਨੂੰ ਲੋਡ ਕਰ ਸਕਦੇ ਹੋ, ਉਸ ਤੋਂ ਇਲਾਵਾ ਹੋਰ ਕਿਤੇ ਤੁਹਾਡਾ ਪ੍ਰੋਗਰਾਮ ਨਹੀਂ ਜਾਏਗਾ. ਪਲੱਸ ਯੂਜ਼ਰ ਡਾਟਾ ਵੀ ਹੁੰਦਾ ਹੈ. ਯੂਜ਼ਰ ਡਾਟਾ ਮੀਨ ਤੁਸੀਂ C ਦਾ ਪ੍ਰੋਗਰਾਮ ਬਣਾਇਆ ਜਿਹਦੇ ਵਿੱਚ ਤੁਸੀਂ ਵੈਲਿਊਜ਼ ਐਂਟਰ ਕਰੋਗੇ, ਉਹਨਾਂ ਵੈਲਿਊਜ਼ ਨੂੰ ਰੀਡ ਕਰੋਗੇ, ਉਹਨਾਂ ਨੂੰ ਪ੍ਰੋਸੈਸ ਕਰੋਗੇ, ਉਹਨਾਂ ਤੋਂ ਨਵੀਆਂ ਵੈਲਿਊਜ਼ ਕ੍ਰੀਏਟ ਕਰੋਗੇ. ਤਾਂ ਉਹ ਸਾਰਾ ਜਿਹੜਾ ਵੀ ਡਾਟਾ ਤੁਸੀਂ ਯੂਜ਼ ਕ੍ਰੀਏਟ ਕਰ ਰਹੇ ਹੋ ਉਹਦੇ ਵਾਸਤੇ ਵੀ ਇੱਕ ਅਲੱਗ ਮੈਮਰੀ ਏਰੀਆ ਹੁੰਦਾ ਹੈ. ਉਸ ਮੈਮਰੀ ਏਰੀਆ ਨੂੰ ਆਪਾਂ ਕਹਿੰਦੇ ਆ ਹੀਪ. ਦੈਟ ਇਜ਼ ਕਾਲਡ ਹੀਪ ਏਰੀਆ. ਠੀਕ. ਸੋ ਤੁਹਾਡੀ ਜਿਹੜੀ ਰੈਮ ਹੈ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਦਾਂ ਕਰਕੇ ਡਿਵਾਈਡ ਹੋਈਆਂ ਹੁੰਦੀਆਂ ਨੇ. ਹੁਣ ਆਪਾਂ ਜਦੋਂ ਗੱਲ ਕਰਦੇ ਹਾਂ ਡਾਟਾ ਸਟਰਕਚਰ ਦੀ ਤਾਂ ਆਪਾਂ ਜਿਹੜਾ ਹੀਪ ਏਰੀਆ ਹੈ ਉਹਦੀ ਗੱਲ ਕਰ ਰਹੇ ਹਾਂ. ਸੋ ਮੇਰੀ ਸਾਰੀ ਮੈਮਰੀ ਦੇ ਵਿੱਚ ਹੁਣ ਮੈਂ ਸਿਰਫ ਉਹਨਾਂ ਕੁ ਪਾਰਟ ਬਣਾਵਾਂਗਾ ਜਿਹੜਾ ਕਿ ਮੈਨੂੰ ਡਾਟਾ ਨੂੰ ਸਟੋਰ ਕਰਨ ਵਾਸਤੇ ਚਾਹੀਦਾ ਹੈ. ਠੀਕ. ਸੋ ਉਹਨੂੰ ਮੈਂ ਕਹਿੰਦਾ ਹੀਪ ਏਰੀਆ. ਸੋ ਦਿਸ ਇਜ਼ ਮਾਈ ਹੀਪ ਏਰੀਆ. In heap area user can create the data or user can manipulate that particular data. ਹੁਣ ਇਸ ਹੀਪ ਏਰੀਆ ਦੇ ਵਿੱਚ ਡਾਟਾ ਨੂੰ ਮੈਂ ਸਟੋਰ ਕਰਨਾ ਹੈ. ਸਟੋਰ ਕਰਨ ਦੇ ਕਈ ਤਰੀਕੇ ਆ. ਹੁਣ ਦੇਖੋ, ਮੈਂ ਪਹਿਲੀ ਵੈਲਿਊ ਮੰਨ ਲਓ 2 ਸੀਗੀ, ਇੱਥੇ ਸਟੋਰ ਕਰਤੀ. ਦੂਸਰੀ ਵੈਲਿਊ ਮੈਂ ਇੱਥੇ ਸਟੋਰ ਕਰਤੀ, ਤੀਸਰੀ ਵੈਲਿਊ ਮੈਂ ਇੱਥੇ ਸਟੋਰ ਕਰਤੀ. ਠੀਕ. ਸੋ ਇਹ ਇੱਕ ਮੈਮਰੀ ਸੈੱਲ ਹੈ, ਇਹ ਦੂਸਰਾ ਮੈਮਰੀ ਸੈੱਲ ਹੈ. ਸਪੋਜ਼ ਇਹਦਾ ਐਡਰੈਸ ਸੀਗਾ 101, ਇਹਦਾ ਐਡਰੈਸ ਸੀਗਾ ਸਪੋਜ਼ 103 ਤੇ ਇਹਦਾ ਐਡਰੈਸ ਹੋ ਗਿਆ 105 ਮੰਨ ਲਓ. ਠੀਕ. ਤਾਂ ਜੇ ਮੈਂ ਆਪਣੇ ਡਾਟਾ ਨੂੰ ਇਸ ਤਰ੍ਹਾਂ ਖਿਲਾਰ ਕੇ ਸਟੋਰ ਕਰ ਰਿਹਾ ਹਾਂ ਤਾਂ ਇਹ ਮੇਰਾ ਨੌਨ ਲੀਨੀਅਰ ਸਟਰਕਚਰ ਹੋ ਗਿਆ. ਔਰ ਜੇ ਮੈਂ ਆਪਣੇ ਡਾਟਾ ਨੂੰ ਇਕੱਠਾ ਹੀ, ਜਿਵੇਂ 2 ਤੋਂ ਬਾਅਦ
3 ਇੱਥੇ ਆ ਜੇ 5 ਇੱਥੇ ਆ ਜੇ I am using the contiguous locations and they are sequential in the memory. Elements are arranged in sequential in memory, ਜਿਵੇਂ ਕਿ ਐਰੇ ਦੇ ਵਿੱਚ ਹੁੰਦਾ ਹੈ ਜਾਂ ਲਿੰਕ ਲਿਸਟ ਦੇ ਵਿੱਚ ਲੀਨੀਅਰ ਲਿੰਕ ਲਿਸਟ ਦੇ ਵਿੱਚ ਹੋ ਸਕਦਾ ਹੈ, ਤਾਂ ਆਪਾਂ ਉਹਨੂੰ ਕਹਿੰਦੇ ਆ ਲੀਨੀਅਰ ਡਾਟਾ ਸਟਰਕਚਰ। ਲੀਨੀਅਰ ਡਾਟਾ ਸਟਰਕਚਰ ਜਦੋਂ ਆਪਾਂ ਐਲੀਮੈਂਟ ਦੀ ਅਰੇਂਜਮੈਂਟ ਕਾਹਦੇ ਚ ਕਰਨੀ ਹੈ, ਮੈਮਰੀ ਦੇ ਵਿੱਚ। ਮੈਮਰੀ ਕਿਹੜੀ ਹੈ, ਰੈਮ ਏਰੀਆ। ਸੋ ਐਲੀਮੈਂਟਸ ਨੂੰ ਆਪਣੇ ਡਾਟਾ ਨੂੰ ਰੈਮ ਦੇ ਵਿੱਚ ਆਪਾਂ ਕਿਸ ਤਰ੍ਹਾਂ ਸਟੋਰ ਕਰਦੇ ਆ, ਉਸ ਚੀਜ਼ ਤੇ ਡਿਪੈਂਡ ਕਰਦਾ ਹੈ ਕਿ ਆਪਣਾ ਡਾਟਾ ਸਟਰਕਚਰ ਲੀਨੀਅਰ ਹੈ ਕਿ ਨਾਨ ਲੀਨੀਅਰ ਹੈ। ਸੋ ਜੇ ਆਪਾਂ ਸੀਕੁਐਂਸ਼ੀਅਲ ਮੈਮਰੀ ਨੂੰ ਯੂਜ਼ ਕਰਕੇ ਉਹਨੂੰ ਸਟੋਰ ਕਰਦੇ ਆ ਤਾਂ ਆਪਾਂ ਕਹਿੰਦੇ ਆ ਲੀਨੀਅਰ ਡਾਟਾ ਸਟਰਕਚਰ ਹੈ, ਅਦਰਵਾਈਜ਼ ਇਟ ਇਜ਼ ਹੈ ਨਾਨ ਲੀਨੀਅਰ। ਨਾਨ ਲੀਨੀਅਰ ਦੀ ਐਗਜ਼ਾਮਪਲ ਹੈ ਟਰੀ ਐਂਡ ਗ੍ਰਾਫ। ਜਦੋਂ ਆਪਾਂ ਟਰੀ ਨੂੰ ਸਟੋਰ ਕਰਦੇ ਆ, ਜਦੋਂ ਆਪਾਂ ਗ੍ਰਾਫ ਦੇ ਐਲੀਮੈਂਟਸ ਨੂੰ ਸਟੋਰ ਕਰਦੇ ਆ, ਤਾਂ ਆਪਾਂ ਨਾਨ ਲੀਨੀਅਰ ਡਾਟਾ ਸਟਰਕਚਰ ਨੂੰ ਯੂਜ਼ ਕਰ ਰਹੇ ਹੁੰਦੇ ਆ ਉਸ ਟਾਈਮ ਤੇ। ਉਸ ਤੋਂ ਬਾਅਦ ਜਿਹੜੇ ਸੈਕਿੰਡ ਥਿੰਗ ਜਿਹੜੀ ਆਪਾਂ ਦੇਖਣੀ ਹੈ ਉਹ ਹੈ ਆਪਰੇਸ਼ਨਸ, ਕਿ ਆਪਾਂ ਨੇ ਆਪਰੇਸ਼ਨ ਨੂੰ ਕਿਵੇਂ ਕਰਨਾ ਹੈ। ਟ੍ਰੈਵਰਸਿੰਗ ਆਪਰੇਸ਼ਨ ਹੋ ਸਕਦਾ ਹੈ, ਸਰਚਿੰਗ ਆਪਰੇਸ਼ਨ ਹੋ ਸਕਦਾ ਹੈ, ਇੰਸਰਸ਼ਨ ਆਪਰੇਸ਼ਨ ਹੈ, ਡਿਲੀਸ਼ਨ ਹੈ, ਸੌਰਟਿੰਗ ਹੈ, ਮਰਜਿੰਗ ਹੈ। these are the some of the common operations that can be done with any kind of data structure, whether it is tree, whether it is array, linked list, stack, queue, ਕੁਛ ਮਰਜੀ ਹੋਵੇ। ਆਲਮੋਸਟ ਆਹੀ ਆਪਰੇਸ਼ਨ ਹੁੰਦੇ ਨੇ ਜਿਹੜੇ ਕਿ ਆਪਾਂ ਸਾਰੇ ਡਾਟਾ ਸਟਰਕਚਰ ਦੇ ਵਿੱਚ ਕਰਨੇ ਹੁੰਦੇ ਆ, ਤਾਂ ਆਪਣੀ ਰਿਕੁਆਇਰਮੈਂਟ ਹੁੰਦੀ ਹੈ। So array is used to store a fixed size for data, and linked list the data can be varied in the size. So array और linked list ਥੋੜਾ ਜਿਹਾ ਫਰਕ ਹੁੰਦਾ ਹੈ। ਜਿਹੜੀ ਤੁਸੀਂ C ਲੈਂਗੁਏਜ ਦੇ ਵਿੱਚ ਕੀਤੀ ਹਲੇ ਤੱਕ ਉਹ ਤੁਸੀਂ array ਪੜ੍ਹੀ ਹੋਏਗੀ ਜਨਰਲੀ, ਜਾਂ ਕਿਸੇ ਵੀ ਲੈਂਗੁਏਜ, ਹਰ ਲੈਂਗੁਏਜ ਦੇ ਵਿੱਚ ਇਹ ਸਟਰਕਚਰ ਅਵੇਲੇਬਲ ਹੈ। ਸੋ array is used to store a fixed size for data. ਸੋ ਜਦੋਂ ਆਪਾਂ array ਦੀ ਗੱਲ ਕਰਦੇ ਹਾਂ, ਆਪਾਂ ਮੈਮਰੀ ਦੇ ਵਿੱਚੋਂ ਕੁਝ ਸਾਈਜ਼ ਨੂੰ ਫਿਕਸ ਕਰ ਲੈਂਦੇ ਆ ਕਿ ਮੈਨੂੰ 5 ਲੋਕੇਸ਼ਨ ਚਾਹੀਦੀਆਂ ਨੇ ਜਾਂ ਮੈਨੂੰ 15 ਲੋਕੇਸ਼ਨ ਚਾਹੀਦੀਆਂ ਨੇ, ਤਾਂ ਮੇਰੇ ਡਾਟਾ ਇੰਨਾ ਹੀ ਹੋਏਗਾ। ਇੰਨੀਆਂ ਲੋਕੇਸ਼ਨ ਫਿਕਸ ਹੋ ਗਈਆਂ, ਉਹਨਾਂ 15 ਦੇ ਵਿੱਚੋਂ ਜਦੋਂ ਮੈਂ ਯੂਜ਼ ਕਰਨੀ ਆ, ਯੂਜ਼ ਕਰਨ ਵੇਲੇ ਮੈਂ 5 ਵੀ ਕਰ ਸਕਦਾ, ਮੈਂ 7 ਵੀ ਕਰ ਸਕਦਾ, ਮੈਂ 2 ਵੀ ਕਰ ਸਕਦਾ, ਮੈਂ ਕੋਈ ਵੀ ਯੂਜ਼ ਨਹੀਂ ਕਰ ਸਕਦਾ, ਜਾਂ 15 ਦੀਆਂ 15 ਵੀ ਯੂਜ਼ ਕੀਤੀਆਂ ਜਾ ਸਕਦੀਆਂ ਨੇ। ਸੋ ਦੈਟ ਡਿਪੈਂਡਸ ਅਪਨ ਮਾਈ ਰਿਕੁਆਇਰਮੈਂਟ ਡਿਊਰਿੰਗ ਦ ਐਗਜ਼ੀਕਿਊਸ਼ਨ ਆਫ ਮਾਈ ਪ੍ਰੋਗਰਾਮ। ठीक। Now array की है, array is basically an abstract data type. Now what is abstract data type? It is the most important and most general data structure. array ਜਿਹੜਾ ਹੈ ਸਭ ਤੋਂ basic, ਸਭ ਤੋਂ important ਤੇ ਸਭ ਤੋਂ general data structure ਹੈ। all other data structures can be implemented using array. Now this is one of the important point. ਧਿਆਨ ਦੇਣ ਵਾਲੀ ਗੱਲ ਆ ਕਿ ਭਾਵੇਂ ਤੁਸੀਂ ਸਟੈਕ ਬਣਾਉਣਾ ਹੈ, ਭਾਵੇਂ ਕਿਊ ਬਣਾਉਣਾ ਹੈ, ਭਾਵੇਂ ਤੁਸੀਂ ਆਪਣਾ ਲਿੰਕ ਲਿਸਟ ਬਣਾਉਣੀ ਹੈ, ਟਰੀ ਬਣਾਉਣੇ ਹਨ ਜਾਂ ਗ੍ਰਾਫ ਬਣਾਉਣੇ ਹਨ, ਹਰ ਚੀਜ਼ ਵਾਸਤੇ, ਹਰ ਚੀਜ਼ ਦੀ ਇੰਪਲੀਮੈਂਟੇਸ਼ਨ ਤੁਸੀਂ ਐਰੇ ਦੇ ਨਾਲ ਕਰ ਸਕਦੇ ਹੋ। तो ਐਰੇ ਦੂਸਰੇ ਡਾਟਾ ਸਟਰਕਚਰ ਦਾ ਬਿਲਡਿੰਗ ਬਲਾਕ ਵੀ ਹੈ। ਬਿਲਡਿੰਗ ਬਲਾਕ ਮੀਨਸ ਕਿ ਉਹ ਚੀਜ਼ ਜਿਹਦੇ ਨਾਲ ਆਪਾਂ ਉਸ ਚੀਜ਼ ਨੂੰ ਕੰਸਟਰਕਟ ਕਰਦੇ ਆ, ਠੀਕ ਹੈ, ਬਿਲਡਿੰਗ ਬਲਾਕ। ਸੋ ਦੂਸਰੇ ਡਾਟਾ ਸਟਰਕਚਰ ਵਾਸਤੇ ਇਹ ਬਿਲਡਿੰਗ ਬਲਾਕ ਹੈ, ਠੀਕ। ਸੋ ਕਲੈਕਸ਼ਨ ਆਫ ਪੇਅਰਸ ਹੁੰਦਾ ਹੈ, ਇਹਦੇ ਵਿੱਚ ਆਪਣੇ ਕੋਲ ਇੱਕ ਇੰਡੈਕਸ ਹੁੰਦੀ ਹੈ, ਇੱਕ ਵੈਲਿਊ। ਪਰ ਚਲੋ ਇਸ ਤੋਂ ਪਹਿਲਾਂ ਮੈਂ ਇਹਦੀ ਗੱਲ ਕਰਾਂਗਾ ਐਬਸਟ੍ਰੈਕਟ ਡਾਟਾ ਟਾਈਪ। ਵਾਟ ਇਜ਼ ਦਿਸ? what do you understand by abstract data type? ਹਾਂਜੀ, ਇਹਦੇ ਬਾਰੇ ਦੱਸੋ ਬੇਟਾ। ਇਹ ਬਹੁਤ ਜ਼ਰੂਰੀ ਕਨਸੈਪਟ ਹੈ, ਇਸ ਤੋਂ ਬਿਨਾ ਆਪਣੀ ਗੱਡੀ ਅੱਗੇ ਨਹੀਂ ਚੱਲਣੀ। ਜੇ ਤੁਹਾਨੂੰ ਐਬਸਟ੍ਰੈਕਟ ਡਾਟਾ ਟਾਈਪ ਬਾਰੇ ਕਲੀਅਰ ਹੈ ਤਾਂ ਆਪਾਂ ਅੱਗੇ ਗੱਲ ਕਰਾਂਗੇ, ਨਹੀਂ ਤਾਂ ਮੈਂ ਪਹਿਲਾਂ ਤੁਹਾਨੂੰ ਐਬਸਟ੍ਰੈਕਟ ਡਾਟਾ ਟਾਈਪ ਹੀ ਸਮਝਾਵਾਂ, ਉਸ ਤੋਂ ਬਾਅਦ ਫਿਰ ਆਪਾਂ ਅੱਗੇ ਗੱਲ ਕਰਾਂਗੇ। ਮੇਰੀ ਆਵਾਜ਼ ਆ ਰਹੀ ਹੈ? ਐਵੇਂ ਡਾਟਾ ਟਾਈਪਸ ਐਲੀਮੈਂਟਸ ਹੋਣਗੇ ਉਹਦੇ ਵਿੱਚ। ਹਾਂਜੀ, ਸੇਮ ਡਾਟਾ ਟਾਈਪਸ ਦੇ ਐਲੀਮੈਂਟ ਹੋਣਗੇ ਉਹਦੇ ਵਿੱਚ, ਐਰੇ ਵਿੱਚ। ਨਹੀਂ ਨਹੀਂ ਬੇਟਾ, ਐਬਸਟ੍ਰੈਕਟ ਡਾਟਾ ਟਾਈਪ ਦੀ ਗੱਲ ਕਰ ਰਹੇ ਹਾਂ। ਆਈ ਐਮ ਟਾਕਿੰਗ ਅਬਾਊਟ ਐਬਸਟ੍ਰੈਕਟ ਡਾਟਾ ਟਾਈਪ, ਕਿ ਇਹਦੇ ਬਾਰੇ ਤੁਹਾਨੂੰ ਪਤਾ ਹੈ ਕਿ ਵਾਟ ਇਜ਼ ਐਬਸਟ੍ਰੈਕਟ ਡਾਟਾ ਟਾਈਪ। ਆਈ ਐਮ ਟਾਕਿੰਗ ਅਬਾਊਟ, ਪਹਿਲਾ ਕੁਐਸਚਨ ਹੈ ਵਾਟ ਇਜ਼ ਡਾਟਾ ਟਾਈਪ। ਡਾਟਾ ਟਾਈਪ ਦਾ ਮਤਲਬ ਹੈ the kind of data that we are going to store. ਡਾਟਾ ਟਾਈਪ ਤੋਂ ਆਪਾਂ ਨੂੰ ਕੀ ਪਤਾ ਲੱਗਦਾ ਹੈ? ਡਾਟਾ ਟਾਈਪ ਤਾਂ ਬਹੁਤ ਤੁਸੀਂ ਹਰ ਉਹਦੇ ਵਿੱਚ ਪੜਿਆ ਹੋਏਗਾ ਨਾ, ਵਾਟ ਇਜ਼ ਡਾਟਾ ਟਾਈਪ। ਹਾਂਜੀ ਸੀ ਸਰ। ਲੈਂਗੁਏਜ ਵੀ ਆਉਂਦਾ, ਜਾਵਾ ਚ ਵੀ ਆਉਂਦਾ। ਫॉर एग्जांपल इफ I write integer x,
ਇੱਥੋਂ ਕੀ ਪਤਾ ਲੱਗਿਆ? The X variable can store only integer value. x variable can store only integer values. ਪਹਿਲੀ ਗੱਲ ਇਹ ਪਤਾ ਲੱਗ ਗਈ ਕਿ kind of value that this variable can store. ਠੀਕ ਹੈ, ਪਹਿਲੀ ਗੱਲ ਇਹ ਪਤਾ ਲੱਗ ਗਈ। ਹੋਰ ਕੀ ਪਤਾ ਲੱਗਿਆ? ਹਾਂਜੀ, anyone? Kind of value that Sir, it how can many store. bits it can store? How many Bits it can store. spaces? How many की दोबारा repeat करो? So like integer stores the 2 bytes in C. हाँ, size of that is called size of element. ठीक है, कितना साइज होएगा? 2 बाइट है, 4 बाइट है, that depends upon again data type. और की पता लगता है? इस तो अलावा अपन पता लगती है एक रेंज के मिनिमम वैल्यू की होएगी ते मैक्सिमम वैल्यू की होएगी। वो कितना पता लगती है? जिवें इंटीजर जे 2 बाइट का है तो 2 बाइट दे विच मिनिमम वैल्यू की होएगी? 2 बाइट मीन्स कितने बिट्स हो गए? 0 तो लेके 15 बिट। ठीक है, तो जो 2 बाइट है तो 2 बाइट दे विच मिनिमम वैल्यू की हो सकती है? 1 bit. मिनिमम वैल्यू विल बी ऑल 0। इत्थे भी 0 भर दिए, इत्थे भी 0 भर दिए, सो ऑल 0 विल बी मिनिमम वैल्यू। तो मैक्सिमम वैल्यू की हो सकती है? ऑल 1। All 1. क्यों नहीं? यही पॉसिबिलिटी है कि कोई और भी हैगी है? दिस इज योर मिनिमम वैल्यू, दिस इज योर मैक्सिमम वैल्यू। 2 बाइट ਦੇ ਵਿੱਚ ਆਪਣੇ ਕੋਲ 16 ਬਿਟ ਹੈਗੇ ਨੇ, 16 ਦੇ 16 ਬਿਟ ਜੇ ਇੱਕ ਭਰ ਦਈਏ ਤਾਂ ਉਸ ਤੋਂ ਵੱਧ ਤਾਂ ਨਹੀਂ ਆਪਾਂ ਭਰ ਸਕਦੇ। 16 ਦੇ 16 ਜੇ 0 ਭਰ ਦਈਏ ਤਾਂ ਉਹ ਤੋਂ ਘੱਟ ਨਹੀਂ ਆਪਾਂ ਭਰ ਸਕਦੇ। ਕਿ ਭਰ ਸਕਦੇ ਆ? ਭਰ ਸਕਦੇ ਆ ਕਿ ਨਹੀਂ? No, sir. नो sir. है ना। तो ਇਹਨੂੰ ਜੇ ਆਪਾਂ ਬਾਈਨਰੀ ਚ ਕਨਵਰਟ ਕਰ ਲਈਏ ਤੇ ਇਹਨੂੰ ਵੀ ਬਾਈਨਰੀ ਚ ਕਨਵਰਟ ਆਪਣਾ ਡੈਸੀਮਲ ਚ ਕਨਵਰਟ ਕਰ ਲਈਏ, ਡੈਸੀਮਲ ਚ ਕਨਵਰਟ ਕਰਾਂਗੇ ਇਹ ਨਿਕਲੂਗਾ 0 ਤੇ ਇਹ ਨਿਕਲੇਗਾ ਤੁਹਾਡਾ 65535। ਸੋ ਦਿਸ ਇਜ਼ ਯੋਰ ਰੇਂਜ ਕਿ ਤੁਸੀਂ ਮਿਨੀਮਮ ਨੰਬਰ ਕੀ ਸਟੋਰ ਕਰ ਸਕਦੇ ਹੋ ਤੇ ਮੈਕਸਿਮਮ ਨੰਬਰ ਕਿਹੜਾ ਸਟੋਰ ਕਰ ਸਕਦੇ ਹੋ। ਉਹ ਤੁਹਾਡੀ ਰੇਂਜ ਹੈ ਜਿਹੜੀ ਕਿ ਤੁਹਾਨੂੰ ਕਿੱਥੋਂ ਪਤਾ ਲੱਗੀ? ਅਗੇਨ ਕਿੱਥੋਂ ਪਤਾ ਲੱਗੀ? ਡੇਟਾ ਟਾਈਪ ਤੋਂ ਪਤਾ ਲੱਗੀ ਕਿ ਨਹੀਂ? ਸੋ ਕਾइंड ऑफ ਡੇਟਾ ਜਿਹਨੂੰ ਆਪਾਂ ਡੇਟਾ ਟਾਈਪ ਕਹਿ ਦਿੰਨੇ ਆ, ਉਹ ਤੋਂ ਕਿੰਨਾ ਕੁਝ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਦੀ ਵੈਲਿਊ ਆਏਗੀ, ਉਹਦਾ ਸਾਈਜ਼ ਕੀ ਹੋਏਗਾ, ਉਹਦੀ ਰੇਂਜ ਕੀ ਹੋਏਗੀ, ਪਲੱਸ ਇੱਕ ਹੋਰ ਸਭ ਤੋਂ ਇੰਪੋਰਟੈਂਟ ਚੀਜ਼ ਪਤਾ ਲੱਗਦੀ ਹੈ। ਇੱਕ ਹੋਰ ਸਭ ਤੋਂ ਇੰਪੋਰਟੈਂਟ ਚੀਜ਼ ਪਤਾ ਲੱਗਦੀ ਹੈ, ਧਿਆਨ ਨਾਲ ਸੁਣੋ ਹੁਣ। ਉਹ ਕੀ ਹੈ ਕਿ ਕਾइंड ऑफ ਆਪਰੇਸ਼ਨ that you can perform। किस तरह के ऑपरेशन तुसी कर सकते हो। फॉर एग्जाम्पल जे मेरे को इंटीजर x एंड इंटीजर y है तो मैं लिख सकता x प्लस y, इट इज पॉसिबल। x डिवाइडेड y, इट इज आल्सो पॉसिबल। बट जे ये मेरे को करैक्टर टाइप दियां वैल्यूज होण x एंड y तो मैं x डिवाइडेड बाय y लिख सकता? ਇਹਦਾ कोई मीनिंग है कि नहीं है? सो ये ऑपरेशन इत्थे नहीं होएगा क्योंकि करैक्टर डाटा टाइप है। ये किन्ने डिसाइड किया, कित्थों पता लग्या? दो करैक्टर नूं आपस दे विच तुसीं मल्टीप्लाई नहीं कर सकते, दो करैक्टर नूं आपस दे विच डिवाइड नहीं कर सकते। इस ऑपरेशन का कोई मीनिंग नहीं हैगा। पर जे उही इंटीजर वेरीएबल होण फिर आपां प्लस भी कर सकते हैं, माइनस भी कर सकते हैं, मल्टीप्लाई भी है, डिवीजन भी है, मॉडुलस भी है। ठीक है, डिवाइड भी है और मॉडुलस भी है। तो ये सारे ऑपरेशन पॉसिबल है। ये सारा कुछ कित्थों पता लगता है? कित्थों पता लगता है? Data type. सिर्फ ते सिर्फ डाटा टाइप तो। तो डाटा टाइप तो कली इन्नी छोटी जी चीज नहीं हैगी। डाटा टाइप इज वेरी इंपोर्टेंट एस्पेक्ट ऑफ एनी प्रोग्रामिंग लैंग्वेज। डाटा टाइप ने बहुत चीज़ां डिसाइड करनियां तुहाडे वेरीएबल दे बारे विच।
ਕਿ ਉਹਨਾਂ ਵੇਰੀਏਬਲ ਦੀ ਕਾਈਂਡ ਕੀ ਹੋਏਗੀ, ਵੈਲਿਊ ਕਿਸ ਤਰ੍ਹਾਂ ਦੀ ਹੋਏਗੀ, ਉਹਨਾਂ ਦਾ ਸਾਈਜ਼ ਕਿੰਨਾ ਹੋਏਗਾ, ਕਿੰਨੀ ਆਪਾਂ ਮੈਮਰੀ ਐਲੋਕੇਟ ਕਰਨੀ ਹੈ, ਕਿੰਨਾ ਮਿਨੀਮਮ ਵੈਲਿਊ ਰੱਖ ਸਕਦੇ ਹਾਂ, ਕਿੰਨਾ ਮੈਕਸਿਮਮ ਵੈਲਿਊ ਰੱਖ ਸਕਦੇ ਹਾਂ, ਕਦੋਂ ਅੰਡਰਫਲੋ ਹੋਏਗਾ, ਕਦੋਂ ਓਵਰਫਲੋ ਹੋਏਗਾ, ਔਰ ਕਿਸ ਤਰ੍ਹਾਂ ਦੇ ਆਪਰੇਸ਼ਨ ਤੁਸੀਂ ਪਰਫਾਰਮ ਕਰ ਸਕਦੇ ਹੋ। ਇਹ ਸਾਰਾ ਕੁਝ ਕੌਣ ਦੱਸੇਗਾ? ਡੇਟਾ ਟਾਈਪ। ਠੀਕ ਹੈ। ਹੁਣ ਡਾਟਾ ਟਾਈਪ ਅਗੇਨ ਦੋ ਤਰ੍ਹਾਂ ਦੀ ਹੈ, ਆਪਾਂ ਉਦੋਂ ਵੀ ਗੱਲ ਕੀਤੀ ਸੀ। ਇੱਕ ਹੈ ਪ੍ਰਿਮਿਟਿਵ ਤੇ ਇੱਕ ਹੈ Non ਯੂਜ਼ਰ primitive. ਡਿਫਾਈਨਡ। ਦੋ ਤਰ੍ਹਾਂ ਦੀ ਹੈ ਨਾ, ਇਹਨੂੰ ਮੈਂ ਹੁਣ ਕਲੀਅਰ ਕਰ ਦਿੰਦਾ ਸਾਰਾ। ਡਾਟਾ ਟਾਈਪ ਆਪਣੇ ਕੋਲ ਦੋ ਤਰ੍ਹਾਂ ਦੀ ਹੈ, ਪ੍ਰਿਮਿਟਿਵ ਐਂਡ ਯੂਜ਼ਰ ਡਿਫਾਈਨਡ। ਪ੍ਰਿਮਿਟਿਵ ਕਿਹੜੀ ਹੁੰਦੀ ਹੈ? ਪ੍ਰੀ ਡਿਫਾਈਨਡ ਮਤਲਬ ਜਿਹੜੀ ਸੇ ਕੰਪਾਈਲਰ ਨੂੰ ਪਹਿਲਾਂ ਹੀ ਪਤਾ ਹੁੰਦਾ ਹੈ। ਕੰਪਾਈਲਰ ਨੂੰ ਪਹਿਲਾਂ ਹੀ ਪਤਾ ਹੈ। ਮੈਂ ਪਹਿਲਾਂ ਵੀ ਗੱਲ ਕੀਤੀ ਸੀ, देयर आर टू काइंड ऑफ ਆਪਰੇਸ਼ਨਸ। ਐਲਗੋਰਿਦਮ ਦੇ ਚੈਪਟਰ 'ਚ ਵੀ ਆਇਆ ਸੀ ਆਪਣਾ ਕਿ ਪ੍ਰਿਮਿਟਿਵ ਆਪਰੇਸ਼ਨ ਹੁੰਦੇ ਨੇ ਤੇ ਨਾਨ ਪ੍ਰਿਮਿਟਿਵ ਆਪਰੇਸ਼ਨ ਹੁੰਦੇ ਨੇ। ਪ੍ਰਿਮਿਟਿਵ ਦਾ ਮਤਲਬ ਕੀ ਹੈ ਕਿ ਜਦੋਂ ਮੈਂ ਇੰਟੀਜਰ x ਲਿਖਤਾ ਤਾਂ ਕੰਪਾਈਲਰ ਨੂੰ ਪਤਾ ਹੈ ਕਿ ਇੰਟੀਜਰ ਕੀ ਚੀਜ਼ ਹੈ। ਕੰਪਾਈਲਰ ਨੂੰ ਇਹਦੇ ਸਾਈਜ਼ ਬਾਰੇ ਵੀ ਪਤਾ ਹੈ, ਕੰਪਾਈਲਰ ਨੂੰ ਇਹਦੀ ਕਾਈਂਡ ਆਫ ਵੈਲਿਊ ਵੀ ਪਤਾ ਹੈ, ਕੰਪਾਈਲਰ ਨੂੰ ਇਹਦੀ ਰੇਂਜ ਵੀ ਪਤਾ ਹੈ, ਕੰਪਾਈਲਰ ਨੂੰ ਇਹ ਵੀ ਪਤਾ ਹੈ ਕਿ ਕਿਹੜੇ ਕਿਹੜੇ ਆਪਰੇਸ਼ਨ ਇਸ ਦੇ ਉੱਤੇ ਕਰ ਸਕਦੇ ਆ। ਇਹ ਸਾਰਾ ਕੁਝ ਕੰਪਾਈਲਰ ਨੂੰ ਪਤਾ ਹੈ, ਕੰਪਾਈਲਰ 'ਚ ਫੀਡ ਹੋਇਆ ਹੋਇਆ। That's why it is a primitive data type। ਜੇ ਆਪਾਂ ਫਲੋਟ ਲਿਖਦੇ ਹਾਂ ਉਹਦੇ ਬਾਰੇ ਵੀ ਪਤਾ, ਜੇ ਆਪਾਂ ਡਬਲ ਲਿਖਦੇ ਹਾਂ ਉਹਦੇ ਬਾਰੇ ਵੀ ਪਤਾ, ਜੇ ਆਪਾਂ ਕੁਛ ਹੋਰ ਮਤਲਬ ਕਰੈਕਟਰ ਲਿਖਦੇ ਹਾਂ ਉਹਦੇ ਬਾਰੇ ਵੀ ਪਤਾ ਹੈ। ਬਟ ਯੂਜ਼ਰ ਡਿਫਾਈਨਡ ਡਾਟਾ ਟਾਈਪ ਕਿਹੜੇ ਨੇ? ਸਟਰਕਚਰ ਯੂਨੀਅਨ ਹੈ, ਜਿਵੇਂ ਕਿ ਸਟਰਕਚਰ ਯੂਨੀਅਨ ਕਲਾਸਿਸ। ਤਿੰਨ ਤਰ੍ਹਾਂ ਦੇ ਹੈਗੇ ਆ ਸਟਰਕਚਰ ਯੂਨੀਅਨ ਕਲਾਸਿਸ। ਫੋਰ ਐਗਜ਼ਾਮਪਲ ਮੈਂ ਇੱਕ ਬੁੱਕ ਨਾਮ ਦਾ ਸਟਰਕਚਰ ਕ੍ਰੀਏਟ ਕਰ ਲਿਆ ਔਰ ਬੁੱਕ ਦੇ ਵਿੱਚੋਂ ਮੈਂ B1 ਵੇਰੀਏਬਲ ਕ੍ਰੀਏਟ ਕਰ ਲਿਆ। ਇਦਾਂ ਹੀ ਲਿਖਦੇ ਆ ਨਾ ਆਪਾਂ, ਠੀਕ ਹੈ। ਜੇ ਮੈਂ ਇੱਕ ਬੁੱਕ ਕਲਾਸ ਬਣਾਵਾਂ ਤਾਂ ਬੁੱਕ ਕਲਾਸ ਦਾ ਮੈਂ ਇੱਕ ਵੇਰੀਏਬਲ ਬਣਾਵਾਂ B1, ਤਾਂ ਬੁੱਕ ਕੀ ਹੈ ਇੱਥੇ? ਬੁੱਕ ਇਜ਼ ਐਕਟਿੰਗ ਐਜ਼ ਏ ਡਾਟਾ ਟਾਈਪ ਫॉर ਵੇਰੀਏਬਲ V1। ਇਸ ਵੇਰੀਏਬਲ ਵਾਸਤੇ ਇਹ ਕੀ ਕੰਮ ਕਰ ਰਿਹਾ? ਇਹ ਕੀ ਕੰਮ ਕਰ ਰਿਹਾ? x ਵੇਰੀਏਬਲ ਵਾਸਤੇ ਇਹ ਇੰਟੀਜਰ ਕੀ ਕੰਮ ਕਰ ਰਿਹਾ? Data type. ਡਾਟਾ ਟਾਈਪ ਦਾ ਕੰਮ। ਸੇਮ ਹੀ ਆਪਾਂ ਹਾਂ ਸੇਮ ਸਿੰਟੈਕਸ ਲਿਖਿਆ, ਕਿ B1 ਵੇਰੀਏਬਲ ਵਾਸਤੇ ਬੁੱਕ ਕੀ ਕੰਮ ਕਰੇਗਾ? ਬੁੱਕ ਵਿਲ ਐਕਟ ਐਜ਼ ਏ ਡਾਟਾ ਟਾਈਪ ਫॉर ਵੇਰੀਏਬਲ B1, ਹੈ ਨਾ। ਪਰ ਜਦੋਂ ਹੁਣ ਆਪਾਂ ਡਾਟਾ ਟਾਈਪ ਦੀ ਗੱਲ ਕਰਦੇ ਆ, ਜੇ B1 ਬੁੱਕ ਇੱਕ ਡਾਟਾ ਟਾਈਪ ਹੈ ਤਾਂ ਇੱਥੋਂ ਆਪਾਂ ਨੂੰ ਕੀ, ਕੰਪਿਊਟਰ ਨੂੰ ਕੀ ਪਤਾ ਲੱਗਣਾ ਚਾਹੀਦਾ? ਜਦ ਤੱਕ ਆ ਚੀਜ਼ਾਂ ਨਹੀਂ ਪਤਾ ਲੱਗਣਗੀਆਂ ਕਿ ਇਸ ਡਾਟਾ ਟਾਈਪ ਦਾ ਸਾਈਜ਼ ਕੀ ਹੈ, ਇਸ ਡਾਟਾ ਟਾਈਪ ਦੀ ਵੈਲਿਊਜ਼ ਕੀ ਹੋਣਗੀਆਂ, ਇਸ ਡਾਟਾ ਟਾਈਪ ਦੀ ਰੇਂਜ ਕੀ ਹੋਏਗੀ, ਇਸ ਡਾਟਾ ਟਾਈਪ ਦੇ ਨਾਲ ਆਪਰੇਸ਼ਨ ਕੀ ਹੋਣਗੇ। ਮਤਲਬ ਜੇ ਮੈਂ B1 ਪਲੱਸ B2 ਲਿਖਾਂ ਤਾਂ ਕੀ ਕਰਨਾ ਹੈ, ਕੰਪਿਊਟਰ ਨੂੰ ਕਿਵੇਂ ਪਤਾ ਲੱਗੇਗਾ? ਜੇ ਮੈਂ B1 ਮਲਟੀਪਲਾਈ ਬਾਈ B2 ਲਿਖਣਾ ਹੈ ਫਿਰ ਉੱਥੇ ਕੰਪਿਊਟਰ ਕੀ ਕਰੇਗਾ? ਹੈ ਕੋਈ ਆਈਡੀਆ? ਕੰਪਿਊਟਰ ਨੂੰ ਪਤਾ ਹੈ? ਅਰਥਮੈਟਿਕ ਆਪਰੇਸ਼ਨ। ਨਹੀਂ, ਕੰਪਿਊਟਰ ਨੂੰ ਕਿਵੇਂ ਪਤਾ ਲੱਗੇਗਾ? ਸਰ ਅਗਰ ਕਲਾਸ ਬਣਾਵਾਂਗੇ ਅਸੀਂ ਪੂਰਾ ਉਰੇ ਤਾਂ ਡਾਇਰੈਕਟਲੀ ਤੁਸੀਂ ਸਿੱਧਾ ਲਿਖਿਆ ਨਾ ਬੁੱਕ, ਏਦਾਂ ਨਹੀਂ ਪਤਾ ਲੱਗੂਗਾ ਕੁਝ। ਆਪਾਂ ਹੁਣ ਜੇ ਤੁਸੀਂ ਆਬਜੈਕਟ ਓਰੀਐਂਟਡ ਪ੍ਰੋਗਰਾਮਿੰਗ ਕੀਤੀ ਹੋਵੇ ਤਾਂ ਤੁਸੀਂ ਬੁੱਕ ਨਾਮ ਦੀ ਇੱਕ ਕਲਾਸ ਬਣਾਓਗੇ। ਉਸ ਕਲਾਸ ਦੇ ਵਿੱਚ ਤੁਸੀਂ ਆਪਣੇ ਵੇਰੀਏਬਲ ਡਿਫਾਈਨ ਕਰੋਗੇ ਕਿ ਉਹਦਾ ਆਥਰ ਨੇਮ ਕੀ ਹੈ, ਉਹਦੀ ਪ੍ਰਾਈਸ ਕੀ ਹੈ, ਹੈਨਾ। ਔਰ ਉਹਦੇ ਵਿੱਚ ਤੁਸੀਂ ਡਿਫਾਈਨ ਕਰੋਗੇ ਆਪਰੇਟਰ ਓਵਰਲੋਡਿੰਗ। ਸੁਣੀ ਹੋਈ ਹੈ? C++ ਪੜ੍ਹੀ ਹੋਈ ਹੈ? Yes, sir. ਹਾਂ, ਉਹਦੇ 'ਚ ਆਪਾਂ ਆਪਰੇਟਰ ਓਵਰਲੋਡਿੰਗ ਕਰਦੇ ਹਾਂ ਵੀ ਪਲੱਸ ਆਪਰੇਟਰ ਨੂੰ ਓਵਰਲੋਡ ਕਰ ਲਿਆ, ਮਾਈਨਸ ਨੂੰ ਕਰ ਲਿਆ। ਉਹਦਾ ਪਰਪਸ ਕੀ ਹੈ? ਉਹਦਾ ਪਰਪਸ ਇਹੀ ਹੈ ਕਿ ਜਿਹੜੇ ਆਹ ਦੋ ਆਬਜੈਕਟਸ ਆਪਾਂ ਬਣਾਵਾਂਗੇ, ਜੇ ਉਹਨਾਂ ਦੇ ਨਾਲ ਪਲੱਸ ਆਪਰੇਟਰ ਆ ਜਾਂਦਾ ਤਾਂ ਉਹਨੇ ਕਿਵੇਂ ਬਿਹੇਵ ਕਰਨਾ ਹੈ। ਤਾਂ ਆਪਾਂ ਆਥਰ ਦੀ ਵੈਲਿਊ ਆਥਰ ਨਾਲ ਐਡ ਕਰ ਦਾਂਗੇ, ਪ੍ਰਾਈਸ ਦੀ ਵੈਲਿਊ ਪ੍ਰਾਈਸ ਨਾਲ ਐਡ ਕਰ ਦਾਂਗੇ, ਟਾਈਟਲ ਦੀ ਵੈਲਿਊ ਟਾਈਟਲ ਨਾਲ ਐਡ ਕਰ ਦਾਂਗੇ, ਜਾਂ ਕੁਝ ਹੋਰ ਕਰਨਾ ਹੈ। ਠੀਕ ਹੈ। ਸੋ ਉਹ ਪਲੱਸ ਆਪਰੇਟਰ ਦੇ ਨਾਲ ਹੋਣਾ ਕੀ ਹੈ, ਉਹ ਕੌਣ ਡਿਫਾਈਨ ਕਰ ਰਿਹਾ ਹੈ? ਹੂ ਇਜ਼ ਡਿਫਾਈਨਿੰਗ ਆਲ ਦਿਸ ਥਿੰਗ? कौन डिफाइन कर रहा है? डेटा टाइप। डाटा टाइप कौन डिफाइन कर रहा है? यूजर डिफाइन कर रहे हैं। यू आर प्रोग्रामर डिफाइन कर रहा है। यू आर डिफाइनिंग द डाटा टाइप। दैट्स व्हाई इट इज यूजर डिफाइंड डाटा टाइप। कि डाटा टाइप का मतलब की है कि ਜਦੋਂ ਆਪਾਂ डाटा टाइप की गल करते हैं ਆਪਾਂ ਨੂੰ ਆ ਚਾਰ चीज़ां पता होनी चाहिए कंप्यूटर ਨੂੰ, ਤਾਂ ਹੀ ਉਹ ਕੰਮ करेगा।
ਉਹਨੂੰ ਸਾਈਜ਼ ਪਤਾ ਹੋਣਾ ਚਾਹੀਦਾ ਹੈ, ਕਾਈਂਡ ਆਫ ਵੈਲਿਊਜ਼ ਪਤਾ ਹੋਣੀ ਚਾਹੀਦੀ ਹੈ, ਰੇਂਜ ਪਤਾ ਹੋਣੀ ਚਾਹੀਦੀ ਹੈ, ਆਪਰੇਸ਼ਨ ਕਿਸ ਤਰ੍ਹਾਂ ਦੇ ਹੋ ਸਕਦੇ ਉਹ ਪਤਾ ਹੋਣੇ ਚਾਹੀਦੇ ਆ। ਸੋ ਪ੍ਰਿਮਿਟਿਵ ਵਾਸਤੇ ਉਹਨੂੰ ਪਤਾ ਹੈ, ਬਟ ਯੂਜ਼ਰ ਡਿਫਾਈਨ ਵਾਸਤੇ ਇਹ ਸਾਰਾ ਕੁਝ ਤੁਸੀਂ ਡਿਫਾਈਨ ਕਰਨਾ ਹੈ, ਤੁਸੀਂ ਦੱਸਣਾ ਆ। ਕਿਵੇਂ ਡਿਫਾਈਨ ਕਰਾਂਗੇ? ਬਾਏ ਕ੍ਰੀਏਟਿੰਗ ਅ ਕਲਾਸ ਔਰ ਬਾਏ ਕ੍ਰੀਏਟਿੰਗ ਅ ਸਟਰਕਚਰ ਜਾਂ ਯੂਨੀਅਨ, ਜਿਹੜੀ ਵੀ ਚੀਜ਼ਾਂ ਤੁਹਾਡੀਆਂ ਹੈਗੀਆਂ ਨੇ C ਔਰ C++ ਦੇ ਵਿੱਚ, ਹੈ ਨਾ। ਸੋ ਬਾਏ ਕ੍ਰੀਏਟਿੰਗ ਅ ਕਲਾਸ ਬੇਸਿਕਲੀ ਵੀ ਆਰ ਕ੍ਰੀਏਟਿੰਗ ਅ ਯੂਜ਼ਰ ਡਿਫਾਈਨਡ ਡੇਟਾ ਟਾਈਪ। ਇਜ਼ ਦੈਟ ਕਲੀਅਰ? यस सर। ਕਲੀਅਰ ਹੈ ਹਾਂਜੀ ਕਿ ਕਲਾਸ ਬਣਾ ਕੇ ਆਪਾਂ ਕੀ ਕਰ ਰਹੇ ਹਾਂ? ਬੇਟਾ ਮੈਨੂੰ ਰਿਸਪਾਂਸ ਨਹੀਂ ਮਿਲ ਰਿਹਾ, ਮੈਂ ਇਸ ਤੋਂ ਬਾਅਦ ਫਿਰ ਪੜਾਉਂਗਾ ਨਹੀਂ। ਮੇਰੇ ਲਈ यूजर ਸਭ ਠੀਕ ਆ डिफाइंड ਫਿਰ। डाटा टाइप क्रिएट कर रहे हैं क्लास बना के। ਬਾਕੀ ਦੇ ਸਟੂਡੈਂਟਸ? ਬਾਕੀ ਦੇ ਸਟੂਡੈਂਟਸ? ਯੈਸ ਸਰ। ਹਾਂਜੀ ਸਰ। ਯੈਸ ਸਰ। ਕਲੀਅਰ ਹੈ? ਜੈਸ ਸਰ ਕਰਕੇ ਨਹੀਂ Yes, ਗੱਲ sir. ਬਣਨੀ ਬੇਟਾ, ਬੋਲਣਾ ਪੈਣਾ। ਹਾਂਜੀ ਸਰ। ਹਾਂਜੀ ਹਾਂ, ਸਰ। ਹਾਂਜੀ ਤੇ ਆਪਾਂ ਕਲਾਸ ਬਣਾ ਕੇ ਕੀ ਕਰ ਰਹੇ ਹਾਂ? ਕਲਾਸ ਬਣਾ ਕੇ ਆਪਾਂ ਕੀ ਕਰ ਰਹੇ ਹਾਂ? ਯੂਜ਼ਰ ਡਿਫਾਈਨਡ ਡਾਟਾ ਟਾਈਪ ਕ੍ਰੀਏਟ ਕਰਦੇ ਹਾਂ। ਆਪਾਂ ਇੱਕ ਡਾਟਾ ਟਾਈਪ ਕ੍ਰੀਏਟ ਕਰ ਰਹੇ ਹਾਂ। ਜਦੋਂ ਆਪਾਂ ਡਾਟਾ ਟਾਈਪ ਕ੍ਰੀਏਟ ਕਰਦੇ ਹਾਂ ਤਾਂ ਕੀ ਕਰਨਾ ਹੁੰਦਾ ਹੈ? ਆਪਾਂ ਨੂੰ ਉਹਦੇ ਵਿੱਚ ਕਿਸ ਤਰ੍ਹਾਂ ਦੀਆਂ ਵੈਲਿਊਜ਼ ਆਉਣਗੀਆਂ, ਉਹਦੇ ਵਿੱਚ ਕਿਸ ਤਰ੍ਹਾਂ ਦੇ ਆਪਰੇਸ਼ਨ ਹੋ ਸਕਣਗੇ, ਉਹਦੇ ਵਿੱਚ ਕਿਸ ਤਰ੍ਹਾਂ ਦੀ ਉਹਦੀ ਰੇਂਜ ਕੀ ਹੋਏਗੀ, ਇਹ ਸਾਰਾ ਕੁਝ ਡਿਫਾਈਨ ਕਰਨਾ ਪਏਗਾ। ਤੇ ਇਹ ਸਾਰਾ ਕੁਝ ਕੌਣ ਡਿਫਾਈਨ ਕਰੇਗਾ? ਕਿਹਦੀ ਜ਼ਿੰਮੇਵਾਰੀ ਹੈ? ਯੂਜ਼ਰ ਦੀ। ਯੂਜ਼ਰ ਦੀ। ਯੂਜ਼ਰ ਕੌਣ ਹੈ? ਆਪਾਂ ਆਪਾਂ ਸਰ। ਹਾਂ, ਤੁਹਾਡੀ ਜ਼ਿੰਮੇਵਾਰੀ ਹੈ। This is your responsibility. As a programmer, as a developer, it is your responsibility to define all things. ਠੀਕ ਹੈ। ਹੁਣ ਇੱਕ ਜਿਹੜਾ ਨੈਕਸਟ ਕਨਸੈਪਟ ਆ ਗਿਆ ਉਹ ਹੈ ਐਬਸਟ੍ਰੈਕਸ਼ਨ ਦਾ। What is abstraction? Because we are talking about abstract data type. We are talking about abstract data type. Data type ਤਾਂ clear ਹੋ ਗਿਆ। Now what is abstract? Combination of data objects together with its operations. This is not a definition of abstract. Abstract ਕੀ ਚੀਜ਼ ਹੈ और abstraction ਕੀ ਚੀਜ਼ ਹੈ? This is the concept of ਐਬਸਟ੍ਰੈਕਸ਼ਨ object ਤਾਂ ਹੁੰਦਾ programming. ਜਦੋਂ ਤੁਹਾਡੇ ਕੋਲ ਪ੍ਰੋਸੈਸ ਚੱਲ ਰਿਹਾ ਪਰ ਉਹ ਕਿਸ ਤਰ੍ਹਾਂ ਪਰਫਾਰਮ ਹੋ ਰਿਹਾ ਤੁਹਾਨੂੰ ਉਹ ਨਹੀਂ ਪਤਾ, ਉਹ ਐਬਸਟ੍ਰੈਕਸ਼ਨ ਹੋ ਜਾਂਦੀ। ਹਾਂ, ਠੀਕ The ਹੈ। relevant data is shown that you needed to a user. That's very good. मतलब abstraction ਕੀ ਹੈ ਕਿ ਤੁਸੀਂ without knowing how it works, you know what it does and you are using it. ਔਰ ਤੁਸੀਂ ਇਹ ਆਪਣੀ ਡੇਲੀ ਲਾਈਫ ਦੇ ਵਿੱਚ ਹਰ ਕੋਈ ਯੂਜ਼ ਕਰ ਰਿਹਾ ਹੈ, ਤੁਸੀਂ ਯੂਜ਼ ਕਰਦੇ ਹੋ, ਹੈ ਨਾ। ਰਿਮੋਟ ਤੇ ਬਟਨ ਪ੍ਰੈਸ ਕਰਤਾ, ਚੈਨਲ ਚੇਂਜ ਹੋ ਗਿਆ। ਤੁਹਾਨੂੰ ਪਤਾ ਹੈ ਕਿ ਬਟਨ ਪ੍ਰੈਸ ਕਰਾਂਗੇ ਤਾਂ ਚੈਨਲ ਚੇਂਜ ਹੋ ਜਾਏਗਾ, ਪਰ ਉਹ ਹੋਇਆ ਕਿਵੇਂ, ਇੰਟਰਨਲੀ ਕੀ ਕੰਮ ਹੋਇਆ ਉਹ ਤੁਹਾਨੂੰ ਕੁਝ ਨਹੀਂ ਪਤਾ। ਕਿ ਪਤਾ ਕਿਸੇ ਨੂੰ? ਪਤਾ? ਤੁਸੀਂ ਬ੍ਰੇਕ ਲਗਾਈ, ਕਾਰ ਰੁਕ ਗਈ। ਤੁਸੀਂ ਬ੍ਰੇਕ ਲਗਾਈ, ਮੋਟਰਸਾਈਕਲ ਰੁਕ ਗਿਆ। ਉਹ ਇੰਟਰਨਲੀ ਕਿਵੇਂ ਰੁਕਿਆ? ਕਿਸੇ ਨੂੰ ਪਤਾ? ਨਹੀਂ ਪਤਾ। ਠੀਕ ਆ। ਉਹ ਮਤਲਬ ਥਿੰਗ ਇਸ ਕਿ ਜਿਹੜੇ ਤੁਸੀਂ ਚੀਜ਼ ਯੂਜ਼ ਕਰ ਰਹੇ ਹੋ ਤੁਹਾਨੂੰ ਇਹ ਪਤਾ ਹੈ ਕਿ ਉਹ ਕਿਵੇਂ ਕੰਮ ਕਰੇਗੀ, ਆਪਣਾ ਕੀ ਕੰਮ ਕਰੇਗੀ, ਬਟ ਇਹ ਨਹੀਂ ਪਤਾ ਕਿ ਕਿਵੇਂ ਕਰੇਗੀ। ਤੁਸੀਂ ਉਹਨੂੰ ਯੂਜ਼ ਕਰ ਲੈਂਦੇ ਹੋ, ਤੁਹਾਨੂੰ ਇਹ ਪਤਾ ਹੈ ਵੀ ਬ੍ਰੇਕ ਲਗਾਵਾਂਗੇ ਤੇ ਪੈਡਲ ਪ੍ਰੈਸ ਕਰਾਂਗੇ ਤੇ ਕਾਰ ਰੁਕ ਜਾਏਗੀ ਜਾਂ ਮੋਟਰਸਾਈਕਲ ਰੁਕ ਜਾਏਗਾ। ਬਟ ਜੇ ਤੁਸੀਂ ਰਿਮੋਟ ਦੇ ਬਟਨ ਚੇਂਜ ਕਰੋਗੇ, ਪ੍ਰੈਸ ਕਰੋਗੇ ਤਾਂ ਚੈਨਲ ਚੇਂਜ ਹੋ ਜਾਏਗਾ। ਕਿਵੇਂ ਕੰਮ ਹੋ ਰਿਹਾ ਉਹ ਤੁਹਾਨੂੰ ਨਹੀਂ ਪਤਾ, ਕੀ ਹੋ ਰਿਹਾ ਉਹ ਪਤਾ ਹੈ। ਸੋ ਦੈਟ ਇਜ਼ ਐਬਸਟ੍ਰੈਕਸ਼ਨ। ਠੀਕ ਹੈ, ਤੁਸੀਂ ਆਪਣੀ ਡੇਲੀ ਲਾਈਫ 'ਚ ਵੀ ਯੂਜ਼ ਕਰ ਰਹੇ ਹੋ ਔਰ ਪ੍ਰੋਗਰਾਮਿੰਗ ਦੇ ਵਿੱਚ ਵੀ ਤੁਸੀਂ ਆਲਰੇਡੀ ਯੂਜ਼ ਕਰ ਚੁੱਕੇ ਹੋ ਬਹੁਤ ਵਾਰੀ, ਹੈ ਨਾ। ਤੁਸੀਂ ਇੱਥੇ printf ਲਿਖਿਆ ਹੋਇਆ ਹੈ। ਹੁਣ printf ਕੀ ਚੀਜ਼ ਹੈ? printf ਕੀ ਹੈ? ਆਊਟਪੁੱਟ ਆਪਰੇਸ਼ਨ ਲਈ use ਹੈ ਨਾ। ਤੁਸੀਂ printf hello ਲਿਖਦੇ ਹੋ ਤਾਂ hello ਸਕਰੀਨ ਦੇ ਉੱਪਰ ਲਿਖਿਆ ਆ ਜਾਂਦਾ ਹੈ, ਆ ਜਾਂਦਾ ਕਿ ਨਹੀਂ? ਸਭ ਨੇ ਦੇਖਿਆ ਹੋਣਾ, ਹੈ ਨਾ। ਤੁਹਾਨੂੰ ਇਹ ਪਤਾ ਹੈ ਕਿ ਜੇ ਮੈਂ printf ਦੇ ਵਿੱਚ ਇੱਥੇ ਇੱਕ ਸਟ੍ਰਿੰਗ ਪਾਸ ਕਰਦੇ ਹਾਂ, ਉਹ ਸਟ੍ਰਿੰਗ ਐਜ਼ ਇਟ ਇਜ਼ ਮੋਨੀਟਰ ਦੇ ਉੱਪਰ ਆ ਜਾਏਗੀ, ਪਰ ਉਹ ਕਿਵੇਂ ਆਏਗੀ ਕਿਹਨੂੰ ਪਤਾ ਹੈ? ਕਿਸ ਨੂੰ ਪਤਾ ਵੀ ਕਿਵੇਂ ਆਏਗੀ? ਕੰਪਾਈਲਰ ਨੂੰ, ਕੰਪਿਊਟਰ ਨੂੰ। ਕੰਪਿਊਟਰ ਨੂੰ ਵੀ ਨਹੀਂ ਪਤਾ, ਕੰਪਿਊਟਰ ਨੂੰ ਤਾਂ ਦੱਸਿਆ ਗਿਆ ਹੈ ਨਾ।
ਕੰਪਾਈਲਰ ਨੂੰ ਹੀ ਨਹੀਂ ਪਤਾ, ਸਰ ਇਹ ਕੰਪਾਈਲਰ ਨੂੰ ਹੈਡਰ ਦੱਸਿਆ ਫਾਈਲ ਗਿਆ ਇਨਕਲੂਡ ਕਰਨ ਦੇ ਕਿਸੇ ਨੂੰ ਨਾਲ ਨਹੀਂ ਪਤਾ ਹੈ ਨਾ। ਮਤਲਬ ਕਿ ਥਿੰਗ ਇਸ ਕਿ ਉਸ ਆਪਰੇਸ਼ਨ ਦੇ ਬਾਰੇ ਤੁਹਾਨੂੰ ਪਤਾ ਹੈ ਕਿ ਕੀ ਕੰਮ ਕਰਦਾ ਹੈ, ਕਿਵੇਂ ਕੰਮ ਕਰਦਾ ਹੈ, ਉਹ ਤੁਹਾਨੂੰ ਨਹੀਂ ਪਤਾ। ਪਰ ਤੁਸੀਂ ਕਿੰਨੇ ਪ੍ਰੋਗਰਾਮ ਬਣਾਏ ਹੋਣਗੇ ਹੁਣ ਤੱਕ ਜਿੰਨਾ 'ਚ ਯੂਜ਼ ਕੀਤੀ ਹੋਏਗੀ? ਕਿੰਨੇ ਪ੍ਰੋਗਰਾਮ ਬਣਾ ਲਏ? ਸਕੈਨਐਫ ਕਿੰਨੀ ਵਾਰੀ ਯੂਜ਼ ਕਰ ਲਈ, ਔਰ ਪਤਾ ਹੈ ਕਿਵੇਂ ਕੰਮ ਕਰਦੀ ਹੈ? So you are using the concept of abstraction. This is abstraction. ਕਿਹਦੇ ਵਾਸਤੇ abstraction ਹੈ? ਜਿਹੜਾ ਉਹਨੂੰ ਯੂਜ਼ ਕਰ ਰਿਹਾ, ਯੂਜ਼ਰ ਵਾਸਤੇ। ਕਿਹਦੇ ਵਾਸਤੇ ਆਪਣੇ abstraction ਹੈ? ਯੂਜ਼ਰ ਵਾਸਤੇ। ਯੂਜ਼ਰ ਵਾਸਤੇ, ਜਿਹੜਾ ਉਹਨੂੰ ਯੂਜ਼ ਕਰ ਰਿਹਾ। ਠੀਕ ਹੈ, ਉਹਦੇ ਵਾਸਤੇ ਤਾਂ ਹੋ ਗਈ abstraction। ਪਰ ਜਿਸ ਬੰਦੇ ਨੇ printf ਬਣਾਇਆ, scanf ਬਣਾਇਆ, ਉਹਦੇ ਵਾਸਤੇ there is no abstraction, ਉਹਦੇ ਵਾਸਤੇ ਕੋਈ abstraction ਨਹੀਂ ਸੀ। ਜੇ ਉਹਨੂੰ ਕਮਾਂਡਸ ਪਤਾ ਹੋਣਗੀਆਂ ਤਾਂ ਹੀ ਉਹ ਆਪਣਾ ਫੰਕਸ਼ਨ ਬਣਾ ਪਾਏਗਾ। ਜੇ ਉਹਨੂੰ ਇਹ ਪਤਾ ਹੋਏਗਾ ਕਿ ਵੈਲਿਊਜ਼ ਇੱਥੋਂ ਕਿਵੇਂ ਰੀਡ ਕਰਨੀ ਹੈ, ਇਸ ਤੋਂ ਬਾਅਦ ਉਹ ਮੋਨੀਟਰ ਤੱਕ ਕਿਵੇਂ ਜਾਣੀ ਹੈ, ਕੀ ਸਟੈਪ ਸੀ ਉਹਦੇ, ਉਹ ਸਾਰਾ ਐਲਗੋਰਿਥਮ ਉਹਨੂੰ ਕਲੀਅਰ ਹੋਏਗਾ ਤਾਂ ਹੀ ਉਹ ਇਹ ਫੰਕਸ਼ਨ ਬਣਾ ਪਾਏਗਾ। ਅਦਰਵਾਈਜ਼ ਪ੍ਰਿੰਟਐਫ ਨਹੀਂ ਬਣਾ ਪਾਏਗਾ। ਸੋ ਜਿਹੜੇ ਉਹਦੀਆਂ ਇੰਟਰਨਲ ਡਿਟੇਲਸ ਹੈ, ਜਿਹੜੀਆਂ ਇੰਟਰਨਲ ਡਿਟੇਲਸ ਹੈ ਕਿ ਉਹਨੇ ਇੰਪਲੀਮੈਂਟ ਕਿਵੇਂ ਹੋਣਾ। ਹੁਣ ਜਿਹਨੇ ਬ੍ਰੇਕ ਬਣਾਈ ਜਾਂ ਜਿਹਨੇ ਰਿਮੋਟ ਬਣਾਇਆ, ਉਹਨਾਂ ਵਾਸਤੇ ਤਾਂ ਕੋਈ ਐਬਸਟ੍ਰੈਕਸ਼ਨ ਨਹੀਂ ਹੈਗੀ। ਉਹਨਾਂ ਨੂੰ ਤਾਂ ਪਤਾ ਹੋਣਾ ਚਾਹੀਦਾ ਨਾ ਵੀ ਜੇ ਆਹ ਪੈਡਲ ਇੱਥੋਂ ਪ੍ਰੈਸ ਕਰਾਂਗੇ ਤੇ ਅੱਗੇ ਟਾਇਰਸ ਤੱਕ ਕਿਵੇਂ ਪਹੁੰਚਣੀ ਹੈ ਫੋਰਸ, ਔਰ ਉਹਨਾਂ ਨੂੰ ਬ੍ਰੇਕ ਨੇ ਕੰਮ ਕਿਵੇਂ ਕਰਨਾ ਹੈ। ਜਦ ਤੱਕ ਉਹਨੂੰ ਪਤਾ ਨਹੀਂ ਹੋਏਗਾ ਤਾਂ ਬ੍ਰੇਕ ਨੂੰ ਇੰਪਲੀਮੈਂਟ ਕਿਵੇਂ ਕਰੇਗਾ? ਠੀਕ ਹੈ। ਸਿਮਿਲਰਲੀ ਰਿਮੋਟ ਵਾਲਿਆਂ ਵਾਸਤੇ ਵੀ, ਕਿ ਜਦੋਂ ਤੱਕ ਉਹਨੂੰ ਪਤਾ ਨਹੀਂ ਹੋਏਗਾ ਵੀ ਬਟਨ ਪ੍ਰੈਸ ਕਰਕੇ ਇੰਟਰਨਲ ਕਿਹੜੇ ਸਰਕਟ ਤੋਂ ਆਪਾਂ ਨੇ ਵੈਲਿਊਜ਼ ਪਾਸ ਕਰਨੀਆਂ ਨੇ, ਔਰ ਉਹ ਵੈਲਿਊਜ਼ ਟੀਵੀ ਤੱਕ ਕਿਵੇਂ ਪਹੁੰਚਣਗੀਆਂ, ਜਦ ਤੱਕ ਉਹ ਲੌਜੀਕ ਉਹਨੂੰ ਕਲੀਅਰ ਨਹੀਂ ਹੋਏਗਾ ਤਾਂ ਰਿਮੋਟ ਕਿੱਥੋਂ ਬਣਾ ਲੇਗਾ? ਸੋ ਇੱਕ ਚੀਜ਼ ਸਮਝਣ ਦੀ ਲੋੜ ਹੈ ਕਿ abstraction for it is basically a relative term. relative ਦਾ ਮਤਲਬ ਕੀ ਹੈ ਕਿ ਇੱਕ ਪਰਸਨ ਵਾਸਤੇ abstraction, ਦੂਸਰੇ ਪਰਸਨ ਵਾਸਤੇ ਉਹੀ ਚੀਜ਼ ਉਹਦੀ ਇੰਪਲੀਮੈਂਟੇਸ਼ਨ। ਦੂਸਰੇ ਬੰਦੇ ਲਈ ਇੰਪਲੀਮੈਂਟੇਸ਼ਨ ਹੋਏਗੀ, ਪਹਿਲੇ ਬੰਦੇ ਲਈ ਉਹ abstraction ਹੋ ਸਕਦੀ ਹੈ। ਤਾਂ ਇੱਕ ਬੰਦੇ ਵਾਸਤੇ ਜੇ abstraction ਹੈ ਤਾਂ ਸੈਕਿੰਡ ਪਰਸਨ ਵਾਸਤੇ ਉਹੀ ਚੀਜ਼ ਉਹਦੀ ਇੰਪਲੀਮੈਂਟੇਸ਼ਨ ਹੋਣੀ, ਉਹਨੂੰ ਕੰਕਰੀਟ ਇੰਪਲੀਮੈਂਟੇਸ਼ਨ ਪਤਾ ਹੋਣੀ ਜ਼ਰੂਰੀ ਹੋਏਗੀ। ਸੋ ਜਿਹੜੇ ਡਿਵੈਲਪਰਸ ਨੇ, ਦੋ ਬੰਦੇ ਹੋ ਗਏ ਹੁਣ, ਇੱਕ ਤਾਂ ਉਹ ਜਿਹੜੇ ਡਿਵੈਲਪਰਸ ਨੇ, ਇੱਕ ਉਹ ਜਿਹੜੇ ਯੂਜ਼ਰਸ ਨੇ। ਡਿਵੈਲਪਰਸ ਵਾਸਤੇ ਕੋਈ ਐਬਸਟ੍ਰੈਕਸ਼ਨ ਨਹੀਂ ਹੈ, ਯੂਜ਼ਰ ਵਾਸਤੇ ਐਬਸਟ੍ਰੈਕਸ਼ਨ ਹੈ। ਸਮਝ ਲੱਗੀ? ਇੱਥੇ ਤੱਕ ਕਲੀਅਰ ਹੈ? ਐਬਸਟ੍ਰੈਕਸ਼ਨ ਕੀ ਚੀਜ਼ ਹੈ? ਇਟ ਇਜ਼ ਅ ਰਿਲੇਟਿਵ ਟਰਮ। ਇੱਕ ਰਿਲੇਟਿਵ ਟਰਮ ਹੈ। ਤੁਸੀਂ ਜਦੋਂ ਡਿਵੈਲਪਰ ਦੇ ਥਾਂ ਤੇ ਖੜੇ ਹੋ ਤਾਂ ਤੁਹਾਡੇ ਵਾਸਤੇ ਕੋਈ ਐਬਸਟ੍ਰੈਕਸ਼ਨ ਨਹੀਂ ਹੈ। ਤੁਸੀਂ ਜਦੋਂ ਯੂਜ਼ਰ ਦੀ ਥਾਂ ਤੇ ਖੜੇ ਹੋ ਤਾਂ ਤੁਹਾਡੇ ਵਾਸਤੇ ਐਬਸਟ੍ਰੈਕਸ਼ਨ ਹੈ। ਹੁਣ ਜਦੋਂ ਤੁਸੀਂ ਪ੍ਰਿੰਟਐਫ ਸਕੈਨਐਫ ਵਰਤਦੇ ਪਏ ਹੋ, ਤੁਸੀਂ ਉਹਨੂੰ ਯੂਜ਼ਰ ਦੀ ਥਾਂ ਤੇ ਖੜੇ ਹੋ, ਤੁਸੀਂ ਡਿਵੈਲਪਰ ਹੋ ਕਿਸੇ ਹੋਰ ਪ੍ਰੋਗਰਾਮ ਵਾਸਤੇ। ਤੁਸੀਂ ਆਪਣਾ ਇੱਕ ਪ੍ਰੋਗਰਾਮ 1 ਬਣਾ ਰਹੇ ਹੋ, ਫੋਰ ਐਗਜ਼ਾਮਪਲ ਤੁਸੀਂ ਫੈਬੋਨੈਚੀ ਸੀਰੀਜ਼ ਬਣਾ ਰਹੇ ਹੋ ਜਾਂ ਫੈਕਟੋਰੀਅਲ ਆਫ n ਨੰਬਰ ਕੱਢ ਰਹੇ ਹੋ, ਹੈ ਨਾ। ਤਾਂ ਤੁਸੀਂ ਆਪਣਾ ਇੱਕ ਪ੍ਰੋਗਰਾਮ ਬਣਾ ਰਹੇ ਹੋ, ਉਸ ਪ੍ਰੋਗਰਾਮ ਦੇ ਤੁਸੀਂ ਡਿਵੈਲਪਰ ਹੋਗੇ। ਪਰ ਉਸ ਪ੍ਰੋਗਰਾਮ ਦੇ ਵਿੱਚ ਤੁਸੀਂ ਪ੍ਰਿੰਟਐਫ ਯੂਜ਼ ਕੀਤੀ ਤਾਂ ਉਸ ਪ੍ਰੋਗਰਾਮ ਲਈ ਤੁਸੀਂ ਪ੍ਰਿੰਟਐਫ ਵਾਸਤੇ ਤੁਸੀਂ ਯੂਜ਼ਰ ਹੋਗੇ। ਸਮਝ ਲੱਗੀ? ਤਾਂ ਤੁਹਾਡਾ ਜਿਹੜਾ ਰੋਲ ਹੈ ਉਹ ਚੇਂਜ ਹੁੰਦਾ ਰਹਿੰਦਾ ਹੈ ਟਾਈਮ ਟੂ ਟਾਈਮ। ਠੀਕ। ਸੋ ਐਬਸਟ੍ਰੈਕਸ਼ਨ ਕਿਹਦੇ ਵਾਸਤੇ ਹੈ? ਐਬਸਟ੍ਰੈਕਸ਼ਨ ਕਿਹਦੇ ਵਾਸਤੇ ਹੈ? ਜੋ ਯੂਜ਼ ਕਰਦੇ ਹੋ। ਮੈਨੂੰ ਕੁਝ ਨਹੀਂ ਸੁਣਿਆ। ਹਰ ਯੂਜ਼ਰ ਵਾਸਤੇ। ਬਾਕੀ ਜਾਣਿਆਂ ਨੇ जो यूज करेगा सर यूजर वास्ते। यूज करेगा सर। ਮੈਨੂੰ ਤਾਂ ਲੱਗ ਰਿਹਾ ਸਾਰਿਆਂ ਨੂੰ ਨੀਂਦ ਆ ਗਈ ਹੈ ਸ਼ਾਇਦ। नहीं ਨੀਂਦ ਆ ਗਈ ਹੋਈ? नहीं सर। ਹਰ ਬਾਵਾ ਟਾਈਮ ਹੋ ਗਿਆ। ਜਾਂ ਮੈਨੂੰ ਲੱਗਦਾ ਵੀ ਇੱਥੇ ਕਨੈਕਸ਼ਨ ਜੋੜ ਕੇ ਤੇ ਆਪੋ ਆਪਣੇ ਕੰਮ ਕਰ ਰਹੇ ਸਾਰੇ ਜਣੇ। ਸੁਣ ਕੋਈ ਵੀ नहीं ਨਹੀਂ सर नो। ਕੋਈ ਨਹੀਂ ਚੀਜ਼ ਕਲੀਅਰ ਹੈ? ਐਬਸਟ੍ਰੈਕਸ਼ਨ ਕਿਹਦੇ ਵਾਸਤੇ ਹੈ? हाँ जी सर। ਯੂਜ਼ਰ ਵਾਸਤੇ ਐਬਸਟ੍ਰੈਕਸ਼ਨ ਹੈ, ਡਿਵੈਲਪਰ ਵਾਸਤੇ ਐਬਸਟ੍ਰੈਕਸ਼ਨ ਨਹੀਂ ਹੈ। ਹੁਣ ਤੁਸੀਂ ਕੌਣ ਹੋ? ਤੁਸੀਂ ਯੂਜ਼ਰ ਹੋ ਕਿ ਡਿਵੈਲਪਰ ਹੋ? यूजर। जिस टाइम ਅਸੀਂ यूज ਕਰ ਰਹੇ ਹਾਂ ਉਸ ਟਾਈਮ ਤਾਂ ਯੂਜ਼ਰ, ਜਿਸ ਟਾਈਮ ਅਸੀਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਸ ਟਾਈਮ ਡਿਵੈਲਪਰ। ਤੁਸੀਂ ਜਦੋਂ ਪ੍ਰੋਗਰਾਮ ਬਣਾ ਰਹੇ ਹੋ ਤਾਂ ਤੁਸੀਂ ਡਿਵੈਲਪਰ ਬਣ ਜਾਂਦੇ ਹੋ। ਹੁਣ ਜਦੋਂ ਆਪਾਂ ਡਾਟਾ ਸਟਰਕਚਰ ਦੀ ਗੱਲ ਕਰਦੇ ਹਾਂ ਤਾਂ ਡਾਟਾ ਸਟਰਕਚਰ ਦੇ ਵਿੱਚ ਤੁਸੀਂ ਸਟੈਕਸ ਕ੍ਰੀਏਟ ਕਰਨੀਆਂ ਨੇ,
ਤੁਸੀਂ queues ਕ੍ਰੀਏਟ ਕਰਨੀਆਂ ਨੇ, ਤੁਸੀਂ ਲਿੰਕ ਲਿਸਟ ਕ੍ਰੀਏਟ ਕਰਨੀ ਹੈ, ਟਰੀ ਕ੍ਰੀਏਟ ਕਰਨੇ ਹੈ, ਗ੍ਰਾਫ ਕ੍ਰੀਏਟ ਕਰਨੇ ਹੈ। ਠੀਕ, ਤਾਂ ਤੁਸੀਂ ਇਹਨਾਂ ਇਸ ਸਟੈਕ ਨੂੰ ਕਿਵੇਂ ਇੰਪਲੀਮੈਂਟ ਕਰਾਂਗੇ, ਉਹ ਸਾਰੀ ਇਨਫੋਰਮੇਸ਼ਨ ਤੁਹਾਨੂੰ ਕੰਪਿਊਟਰ ਦੇ ਵਿੱਚ ਫੀਡ ਕਰਨੀ ਪਏਗੀ। ਆਈਦਰ ਕ੍ਰੀਏਟਿੰਗ ਅ ਕਲਾਸ ਆਫ ਸਟੈਕ ਔਰ ਸਟਰਕਚਰ ਯੂਜ਼ ਕਰ ਲਓ ਜਾਂ ਕਲਾਸ ਯੂਜ਼ ਕਰ ਲਓ ਜਾਂ ਵਾਟਐਵਰ ਇਟ ਇਜ਼। ਤੁਹਾਨੂੰ ਉਹਦਾ ਇੰਟਰਨਲ ਵੇਰੀਏਬਲਸ ਤੇ ਉਹਦੇ ਆਪਰੇਸ਼ਨ, ਸਟੈਕ ਦੇ ਆਪਰੇਸ਼ਨ ਕਿਵੇਂ ਹੋਣਗੇ, ਉਹ ਸਾਰੇ ਡਿਫਾਈਨ ਕਰਨੇ ਪੈਣਗੇ। So you are on the side of developer at that time, so there is no abstraction for you people. ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਟੈਕ ਦੇ ਵਿੱਚ ਵੈਲਿਊਜ਼ ਐਂਟਰ ਕਿਵੇਂ ਹੋਣਗੀਆਂ, ਸਟੈਕ ਦੇ ਵਿੱਚੋਂ ਵੈਲਿਊਜ਼ ਨਿਕਲਣਗੀਆਂ ਕਿਵੇਂ, ਉਹਨਾਂ ਦੇ ਵਿੱਚੋਂ ਵੈਲਿਊਜ਼ ਡਿਲੀਟ ਕਿਵੇਂ ਹੋਣਗੀਆਂ, ਜੋ ਕੁਝ ਵੀ ਆਪਰੇਸ਼ਨਸ ਹੈਗੇ ਨੇ ਉਹ ਸਾਰੇ ਤੁਹਾਨੂੰ ਕਲੀਅਰ ਹੋਣੇ ਚਾਹੀਦੇ ਆ। So there is no abstraction for you people. ਜਦੋਂ ਤੁਸੀਂ ਸਟੈਕ ਦੀ ਕਲਾਸ ਬਣਾ ਲਈ, ਫਿਰ ਉਸ ਕਲਾਸ ਦਾ ਤੁਸੀਂ ਵੇਰੀਏਬਲ ਡਿਕਲੇਅਰ ਕਰੋਗੇ ਸਟੈਕ S1। ਉਹ ਕਲਾਸ ਬਣਾ ਕੇ ਤੁਸੀਂ ਖੁਦ ਵੀ ਯੂਜ਼ ਕਰ ਸਕਦੇ ਹੋ। ਉਹ ਕਲਾਸ ਬਣਾ ਕੇ ਤੁਸੀਂ ਕਿਸੇ ਤੀਸਰੇ ਬੰਦੇ ਨੂੰ ਵੀ ਦੇ ਸਕਦੇ ਹੋ ਵੀ ਲੈ ਵੀ ਆਹ ਕਲਾਸ ਬਣ ਗਈ, ਇਹਨੂੰ ਤੂੰ ਆਪਣੇ ਪ੍ਰੋਗਰਾਮ 'ਚ ਵਰਤ ਲਾ। ਜਦੋਂ ਉਹ ਆਪਣੇ ਪ੍ਰੋਗਰਾਮ 'ਚ ਵਰਤੇਗਾ, ਉਹ ਯੂਜ਼ਰ ਦੀ ਥਾਂ ਤੇ ਖੜ ਗਿਆ ਆ ਕੇ, ਉਹਨੇ ਤੁਹਾਡੀ ਸਟੈਕ ਲੈ ਕੇ ਆਪਣਾ ਇੱਕ ਆਬਜੈਕਟ ਬਣਾ ਲਿਆ S1। ठीक है, S1 डॉट पुश ऑपरेशन लगा देगा, S1 डॉट पॉप ऑपरेशन लगा देगा, वो सारे ऑपरेशन ਨੂੰ ਆਪਣਾ ਕਾਲ ਕਰਕੇ ਆਪਣਾ ਪ੍ਰੋਗਰਾਮ ਇੰਪਲੀਮੈਂਟ ਕਰ ਲੇਗਾ। ਤਾਂ ਉਸ ਬੰਦੇ ਵਾਸਤੇ ਕੀ ਹੋਗੀ ਇਹ, ਉਸ ਬੰਦੇ ਵਾਸਤੇ ਕੀ ਹੋਗੀ ਇਹ ਐਬਸਟ੍ਰੈਕਸ਼ਨ। so by creating a class you are creating basically abstract data type, abstract data टाइप। एब्स्ट्रैक्ट क्यों है, किदे वास्ते है, ਤੁਹਾਡੇ ਵਾਸਤੇ ਨਹੀਂ ਹੈ। ਤੁਸੀਂ ਤਾਂ ਬਣਾ ਰਹੇ ਹੋ, ਤੁਸੀਂ ਬਣਾ ਰਹੇ ਹੋ, ਤੁਹਾਡੇ ਲਈ ਤਾਂ ਇੰਪਲੀਮੈਂਟੇਸ਼ਨ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਤਾਂ ਹੀ ਤੁਸੀਂ ਬਣਾ ਪਾਓਗੇ। ਐਬਸਟ੍ਰੈਕਟ ਡਾਟਾ ਟਾਈਪ ਕਿਹਦੇ ਵਾਸਤੇ ਹੈ, ਜਿਨ੍ਹਾਂ ਨੇ ਉਹਨੂੰ ਯੂਜ਼ ਕਰਨਾ ਹੈ। ਤੁਸੀਂ ਸਟੈਕ ਕਲਾਸ ਬਣਾਈ, ਤੁਸੀਂ ਖੁਦ ਵੀ ਯੂਜ਼ ਕਰ ਸਕਦੇ ਹੋ, ਕੋਈ ਤੀਸਰਾ ਬੰਦਾ ਵੀ ਯੂਜ਼ ਕਰ ਸਕਦਾ। ਠੀਕ ਹੈ, ਸੋ ਜਦੋਂ ਤੁਸੀਂ ਉਹਨੂੰ ਯੂਜ਼ ਕਰ ਰਹੇ ਹੋ, ਫਿਰ ਤੁਸੀਂ ਐਬਸਟ੍ਰੈਕਸ਼ਨ ਨੂੰ ਯੂਜ਼ ਕਰ ਰਹੇ ਹੋ, ਕਨਸੈਪਟ ਨੂੰ। ਬਟ ਜਦੋਂ ਤੁਸੀਂ ਬਣਾ ਰਹੇ ਹੋ, ਫਿਰ ਤੁਹਾਡੇ ਲਈ ਕੋਈ ਐਬਸਟ੍ਰੈਕਸ਼ਨ ਨਹੀਂ ਹੈਗੀ। ਯੂ ਆਰ ਕ੍ਰੀਏਟਿੰਗ ਐਬਸਟ੍ਰੈਕਟ ਡਾਟਾ ਟਾਈਪ। ਐਬਸਟ੍ਰੈਕਟ ਫॉर व्हाट, ਜਿਹੜੇ ਉਹਨੂੰ ਯੂਜ਼ ਕਰਨਗੇ ਉਹਨਾਂ ਵਾਸਤੇ। ਤੁਹਾਡੇ ਵਾਸਤੇ ਕੋਈ ਐਬਸਟ੍ਰੈਕਸ਼ਨ ਨਹੀਂ ਹੈਗੀ ਇਹ ਚੀਜ਼ ਨੂੰ ਸਮਝਣ